ਸਤਿ ਸ੍ਰੀ ਅਕਾਲ। ਕਦੇ ਸੋਚਿਆ ਹੈ ਕਿ ਜਿਹੜੀਆਂ ਆਪਣੀਆਂ ਮਨਪਸੰਦ ਐਪਾਂ ਤੇ ਵੈਬਸਾਈਟਾਂ ਨੇ ਉਹ ਇੰਨੀ ਸਾਰੀ ਜਾਣਕਾਰੀ ਕਿਵੇਂ ਸੰਭਾਲਦੀਆਂ ਨੇ? ਵੈਲ, ਇਸ ਸਭ ਦੇ ਪਿੱਛੇ ਨਾ ਇੱਕ ਚੀਜ਼ ਦਾ ਹੱਥ ਹੈ, ਡੇਟਾਬੇਸ ਮੈਨੇਜਮੈਂਟ ਸਿਸਟਮ। ਚਲੋ ਅੱਜ ਆਪਾਂ ਇਸ ਨੂੰ ਬਿਲਕੁਲ ਸਰਲ ਸ਼ਬਦਾਂ ਵਿੱਚ ਸਮਝਦੇ ਹਾਂ। ਅੱਛਾ, ਜ਼ਰਾ ਇਸ ਤੇ ਗੌਰ ਕਰੋ। ਰੋਲ ਨੰਬਰ 5, ਨਾਮ ਅਮਨ ਤੇ ਅੰਕ 85। ਜੇ ਇਹਨਾਂ ਨੂੰ ਵੱਖ-ਵੱਖ ਦੇਖੀਏ ਤਾਂ ਇਹ ਕੀ ਨੇ? ਬਸ ਕੁਝ ਸ਼ਬਦ ਤੇ ਅੰਕ ਹੀ ਨੇ। ਇਸੇ ਨੂੰ ਹੀ ਤਾਂ ਅਸੀਂ ਕਹਿੰਦੇ ਆ ਕੱਚੇ ਤੱਥ ਜਾਂ ਫਿਰ ਕਹਿ ਲਓ ਡੇਟਾ। ਪਰ ਸਵਾਲ ਇਹ ਹੈ ਕਿ ਇਹਨਾਂ ਦਾ ਆਪਣੇ ਆਪ ਵਿੱਚ ਕੀ ਮਤਲਬ ਹੈ? ਕੁਝ ਵੀ ਨਹੀਂ। ਬਿਨਾਂ ਕਿਸੇ ਸੰਦਰਭ ਦੇ ਇਹ ਤਾਂ ਬਸ ਇੱਧਰ-ਉੱਧਰ ਖਿੰਡੀ ਹੋਈ ਜਾਣਕਾਰੀ ਹੈ। ਹੁਣ ਇਸ ਨੂੰ ਅਰਥਪੂਰਨ ਬਣਾਉਣ ਲਈ ਸਾਨੂੰ ਇੱਕ ਕਦਮ ਹੋਰ ਅੱਗੇ ਵਧਣਾ ਪੈਣਾ। ਤਾਂ ਫਿਰ ਆਪਣਾ ਪਹਿਲਾ ਕੰਮ ਕੀ ਹੋਇਆ? ਇਸ ਡਾਟਾ ਨੂੰ ਸੂਚਨਾ ਵਿੱਚ ਬਦਲਣਾ। ਮਤਲਬ ਕਿ ਇਹਨਾਂ ਕੱਚੇ ਤੱਥਾਂ ਨੂੰ ਇੱਕ ਅਜਿਹੇ ਢਾਂਚੇ ਵਿੱਚ ਪਾਉਣਾ ਜਿੱਥੋਂ ਇਹਨਾਂ ਦਾ ਕੋਈ ਮਤਲਬ ਨਿਕਲ ਸਕੇ। ਤਾਂ ਫਿਰ ਇਹਨਾਂ ਦੋਵਾਂ ਵਿੱਚ ਆਖਿਰ ਫਰਕ ਕੀ ਹੈ? ਦੇਖੋ, ਡਾਟਾ ਨਾ ਬਿਖਰੇ ਹੋਏ ਟੁਕੜਿਆਂ ਵਰਗਾ ਹੁੰਦਾ ਹੈ, ਬਿਲਕੁਲ ਕੱਚਾ ਤੇ ਬੇਤਰਤੀਬ। ਪਰ ਜਦੋਂ ਆਪਾਂ ਇਸੇ ਡਾਟੇ ਨੂੰ ਇਕੱਠਾ ਕਰਕੇ ਇੱਕ ਢੰਗ ਨਾਲ ਸਜਾ ਦਿੰਦੇ ਹਾਂ ਤੇ ਉਸ ਨੂੰ ਕੋਈ ਸੰਦਰਭ ਦਿੰਦੇ ਹਾਂ ਤਾਂ ਉਹ ਬਣ ਜਾਂਦੀ ਹੈ ਸੂਚਨਾ। ਯਾਨੀ ਕਿ ਕੁਝ ਐਸਾ ਜੋ ਅਰਥਪੂਰਨ ਵੀ ਹੈ ਤੇ ਆਪਣੇ ਕੰਮ ਦਾ ਵੀ। ਠੀਕ ਹੈ, ਹੁਣ ਆਪਣੇ ਕੋਲ ਅਰਥਪੂਰਨ ਸੂਚਨਾ ਤਾਂ ਆ ਗਈ, ਪਰ ਇਸ ਨੂੰ ਰੱਖਾਂਗੇ ਕਿੱਥੇ? ਹੁਣ ਸਾਨੂੰ ਇਸ ਨੂੰ ਸੰਗਠਿਤ ਕਰਨ ਲਈ ਇੱਕ ਢਾਂਚੇ ਦੀ ਲੋੜ ਪੈਣੀ ਹੈ ਤੇ ਉਸੇ ਢਾਂਚੇ ਨੂੰ ਹੀ ਡਾਟਾਬੇਸ ਕਿਹਾ ਜਾਂਦਾ ਹੈ। ਦੇਖੋ, ਇੱਕ ਡਾਟਾਬੇਸ ਸਿਰਫ ਡਾਟਾ ਦਾ ਢੇਰ ਨਹੀਂ ਹੁੰਦਾ, ਬਿਲਕੁਲ ਨਹੀਂ। ਇਹ ਆਪਸ ਵਿੱਚ ਜੁੜੇ ਹੋਏ ਡਾਟਾ ਦਾ ਇੱਕ ਸੰਗਠਿਤ ਸੰਗ੍ਰਹਿ ਹੈ। ਇਸ ਨੂੰ ਇੰਜ ਸਮਝੋ ਜਿਵੇਂ ਇੱਕ ਲਾਇਬ੍ਰੇਰੀ ਹੁੰਦੀ ਹੈ ਜਿੱਥੇ ਕਿਤਾਬਾਂ ਨੂੰ ਵਿਸ਼ੇ ਦੇ ਹਿਸਾਬ ਨਾਲ ਸਜਾਇਆ ਹੁੰਦਾ ਹੈ, ਨਾ ਕਿ ਬਸ ਇੱਕ ਢੇਰ ਲਾਇਆ ਹੁੰਦਾ ਹੈ। ਇਹੀ ਸੰਗਠਨ ਹੈ ਜੋ ਡਾਟਾਬੇਸ ਨੂੰ ਇੰਨਾ ਸ਼ਕਤੀਸ਼ਾਲੀ ਬਣਾਉਂਦਾ ਹੈ। ਆਮ ਤੌਰ ਤੇ ਨਾ ਡਾਟਾ ਨੂੰ ਟੇਬਲਾਂ ਵਿੱਚ ਰੱਖਿਆ ਜਾਂਦਾ ਹੈ, ਬਿਲਕੁਲ ਇੱਕ ਸਪਰੈਡਸ਼ੀਟ ਵਾਂਗ। ਹਰ ਇੱਕ ਕਤਾਰ ਜਾਂ ਕਹਿ ਲਓ ਰੋ ਇੱਕ ਪੂਰੀ ਇਕਾਈ ਦੀ ਜਾਣਕਾਰੀ ਦਿੰਦੀ ਹੈ, ਜਿਵੇਂ ਕਿ ਇੱਕ ਵਿਦਿਆਰਥੀ ਦਾ ਪੂਰਾ ਵੇਰਵਾ। ਇਸ ਕਤਾਰ ਨੂੰ ਰਿਕਾਰਡ ਕਹਿੰਦੇ ਨੇ ਜਾਂ ਥੋੜੀ ਤਕਨੀਕੀ ਭਾਸ਼ਾ ਵਿੱਚ ਟਪਲ ਵੀ ਕਹਿ ਦਿੰਦੇ ਨੇ। ਪਰ ਇਸ ਸਾਰੇ ਡਾਟਾਬੇਸ ਨੂੰ ਬਣਾਉਣਾ, ਇਸ ਨੂੰ ਅਪਡੇਟ ਕਰਨਾ, ਇਸ ਨੂੰ ਮੈਨੇਜ ਕਰਨਾ, ਇਹ ਸਭ ਹੁੰਦਾ ਕਿਵੇਂ ਹੈ? ਖੈਰ, ਇਸ ਦੇ ਲਈ ਇੱਕ ਖਾਸ ਸੌਫਟਵੇਅਰ ਦੀ ਲੋੜ ਪੈਂਦੀ ਹੈ ਜਿਸ ਨੂੰ ਕਹਿੰਦੇ ਨੇ ਡਾਟਾਬੇਸ ਮੈਨੇਜਮੈਂਟ ਸਿਸਟਮ ਜਾਂ ਛੋਟੇ 'ਚ ਕਹਿ ਲਓ DBMS। ਜੇ ਬਿਲਕੁਲ ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ DBMS ਇੱਕ ਮੈਨੇਜਰ ਜਾਂ ਇੱਕ ਵਿਚੋਲੇ ਵਾਂਗ ਹੈ। ਇਹ ਇੱਕ ਅਜਿਹਾ ਸੌਫਟਵੇਅਰ ਹੈ ਜੋ ਆਪਣੇ ਅਤੇ ਡੇਟਾਬੇਸ ਦੇ ਵਿਚਕਾਰ ਖੜਾ ਹੁੰਦਾ ਹੈ। ਇਸੇ ਕਰਕੇ ਡੇਟਾ ਨੂੰ ਜੋੜਨਾ, ਬਦਲਣਾ ਜਾਂ ਦੇਖਣਾ ਸਭ ਕੁਝ ਕਿੰਨਾ ਆਸਾਨ ਹੋ ਜਾਂਦਾ ਹੈ। ਪਰ ਇੱਕ ਮਿੰਟ, ਸਾਨੂੰ DBMS ਦੀ ਲੋੜ ਹੀ ਕਿਉਂ ਹੈ? ਕੀ ਕੰਮ ਸਿਰਫ ਵੱਖ-ਵੱਖ ਫਾਈਲਾਂ ਵਿੱਚ ਡਾਟਾ ਸਟੋਰ ਕਰਕੇ ਨਹੀਂ ਚੱਲ ਸਕਦਾ? ਚਲੋ ਦੇਖਦੇ ਹਾਂ ਕਿ DBMS ਪੁਰਾਣੇ ਤਰੀਕਿਆਂ ਨਾਲੋਂ ਕਿਤੇ ਬਿਹਤਰ ਕਿਉਂ ਹੈ। ਦੇਖੋ, DBMS ਤੋਂ ਪਹਿਲਾਂ ਨਾ ਡਾਟਾ ਨੂੰ ਸਧਾਰਨ ਫਾਈਲਾਂ ਵਿੱਚ ਸਟੋਰ ਕੀਤਾ ਜਾਂਦਾ ਸੀ। ਹੁਣ ਜ਼ਰਾ ਕਲਪਨਾ ਕਰੋ ਕਿ ਇੱਕ ਕੰਪਨੀ ਵਿੱਚ ਹਰ ਵਿਭਾਗ ਕੋਲ ਆਪਣੀ ਵੱਖਰੀ ਫਾਈਲ ਹੈ। ਇਸ ਨਾਲ ਕੀ ਹੁੰਦਾ ਸੀ? ਇੱਕੋ ਹੀ ਜਾਣਕਾਰੀ ਵਾਰ-ਵਾਰ ਦਰਜ ਹੁੰਦੀ ਸੀ ਤੇ ਗਲਤੀਆਂ ਦੀ ਸੰਭਾਵਨਾ ਵੀ ਕਿੰਨੀ ਵੱਧ ਜਾਂਦੀ ਸੀ। ਇੱਥੇ ਫਰਕ ਬਿਲਕੁਲ ਸਾਫ਼ ਹੈ। ਪੁਰਾਣੇ ਫਾਈਲ ਸਿਸਟਮਾਂ ਵਿੱਚ ਡੇਟਾ ਦੀ ਰਿਪੀਟੇਸ਼ਨ ਬਹੁਤ ਸੀ, ਸੁਰੱਖਿਆ ਬਹੁਤ ਕਮਜ਼ੋਰ ਸੀ ਤੇ ਜੇ ਕਿਤੇ ਸਿਸਟਮ ਕ੍ਰੈਸ਼ ਹੋ ਗਿਆ ਤਾਂ ਡੇਟਾ ਵਾਪਸ ਲਿਆਉਣਾ ਤਾਂ ਲਗਭਗ ਨਾਮੁਮਕਿਨ ਸੀ। ਇਸ ਦੇ ਬਿਲਕੁਲ ਉਲਟ DBMS ਇਨ੍ਹਾਂ ਸਾਰੀਆਂ ਕਮੀਆਂ ਨੂੰ ਦੂਰ ਕਰ ਦਿੰਦਾ ਹੈ, ਜਿਸ ਨਾਲ ਡੇਟਾ ਇਕਸਾਰ, ਸੁਰੱਖਿਅਤ ਅਤੇ ਭਰੋਸੇਮੰਦ ਬਣਿਆ ਰਹਿੰਦਾ ਹੈ। ਤਾਂ ਜੇ ਸੰਖੇਪ ਵਿੱਚ ਗੱਲ ਕਰੀਏ DBMS ਦੇ ਮੁੱਖ ਫਾਇਦੇ ਕੀ ਹੋਏ? ਇਹ ਡਾਟਾ ਦੀ ਦੁਹਰਾਈ ਨੂੰ ਰੋਕਦਾ ਹੈ, ਕਈ ਲੋਕਾਂ ਨੂੰ ਇੱਕੋ ਸਮੇਂ ਡਾਟਾ ਵਰਤਣ ਦਿੰਦਾ ਹੈ, ਕਿਸੇ ਵੀ ਸਮੱਸਿਆ ਦੀ ਸਥਿਤੀ ਵਿੱਚ ਬੈਕਅਪ ਤੇ ਰਿਕਵਰੀ ਵੀ ਦਿੰਦਾ ਹੈ ਤੇ ਸਭ ਤੋਂ ਜ਼ਰੂਰੀ ਆਪਣੇ ਡਾਟਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਦਾ ਹੈ। ਇੱਕ ਗੱਲ ਹੋਰ, DBMS ਕੱਲਾ ਕੰਮ ਨਹੀਂ ਕਰਦਾ। ਇਹ ਇੱਕ ਪੂਰੇ ਸਿਸਟਮ ਦਾ ਹਿੱਸਾ ਹੈ ਜਿਸ ਨੂੰ ਆਪਾਂ ਕਹਿੰਦੇ ਹਾਂ ਡਾਟਾਬੇਸ ਵਾਤਾਵਰਣ। ਚਲੋ ਦੇਖਦੇ ਹਾਂ ਕਿ ਇਸ ਪੂਰੇ ਮਾਹੌਲ ਵਿੱਚ ਕਿਹੜੇ-ਕਿਹੜੇ ਹਿੱਸੇ ਸ਼ਾਮਿਲ ਨੇ। ਇਸ ਪੂਰੇ ਵਾਤਾਵਰਣ ਦੇ ਨਾ 5 ਮੁੱਖ ਹਿੱਸੇ ਹੁੰਦੇ ਨੇ। ਸਭ ਤੋਂ ਪਹਿਲਾਂ ਹਾਰਡਵੇਅਰ, ਮਤਲਬ ਆਪਣੇ ਕੰਪਿਊਟਰ ਤੇ ਸਰਵਰ। ਦੂਜਾ ਸੌਫਟਵੇਅਰ, ਜਿਸ ਵਿੱਚ DBMS ਖੁਦ ਆਂਦਾ ਹੈ। ਤੀਜਾ ਡਾਟਾ, ਜੋ ਕਿ ਸਭ ਤੋਂ ਕੀਮਤੀ ਚੀਜ਼ ਹੈ। ਚੌਥਾ ਪ੍ਰੋਸੀਜਰਸ, ਯਾਨੀ ਉਹ ਨਿਯਮ ਜਿਨ੍ਹਾਂ ਦੇ ਹਿਸਾਬ ਨਾਲ ਸਿਸਟਮ ਚੱਲਦਾ ਹੈ। ਤੇ ਪੰਜਵਾਂ ਯੂਜ਼ਰਸ, ਮਤਲਬ ਉਹ ਲੋਕ ਜੋ ਇਸ ਸਿਸਟਮ ਨੂੰ ਚਲਾਉਂਦੇ ਤੇ ਵਰਤਦੇ ਨੇ। ਤਾਂ ਫਿਰ ਹੁਣ ਸਵਾਲ ਇਹ ਉੱਠਦਾ ਹੈ ਕਿ ਇਸ ਪੂਰੇ ਸਿਸਟਮ ਦਾ ਕੰਟਰੋਲ ਕਿਸ ਕੋਲ ਹੈ? ਇਸ ਨੂੰ ਚਲਾਉਂਦਾ ਕੌਣ ਹੈ? ਚਲੋ ਇਸ ਵਿੱਚ ਸ਼ਾਮਿਲ ਲੋਕਾਂ ਦੀਆਂ ਭੂਮਿਕਾਵਾਂ ਨੂੰ ਵੀ ਸਮਝ ਲਈਏ।
ਸਭ ਤੋਂ ਉੱਤੇ ਹੁੰਦਾ ਹੈ ਡਾਟਾਬੇਸ ਐਡਮਿਨਿਸਟ੍ਰੇਟਰ, ਜਿਸ ਨੂੰ ਛੋਟੇ 'ਚ DBA ਵੀ ਕਹਿ ਦਿੰਦੇ ਨੇ। ਇਹ ਉਹ ਵਿਅਕਤੀ ਹੈ ਜਿਸ ਦੇ ਸਿਰ ਤੇ ਪੂਰੇ ਸਿਸਟਮ ਨੂੰ ਸੰਭਾਲਣ ਦੀ, ਉਸ ਨੂੰ ਸਹੀ ਢੰਗ ਨਾਲ ਚਲਾਉਣ ਦੀ ਤੇ ਉਸ ਨੂੰ ਸੁਰੱਖਿਅਤ ਰੱਖਣ ਦੀ ਸਾਰੀ ਜ਼ਿੰਮੇਵਾਰੀ ਹੁੰਦੀ ਹੈ। ਅੱਛਾ, DBA ਤੋਂ ਇਲਾਵਾ ਦੋ ਹੋਰ ਮੁੱਖ ਭੂਮਿਕਾਵਾਂ ਨੇ। ਇੱਕ ਹੁੰਦੇ ਨੇ ਐਪਲੀਕੇਸ਼ਨ ਪ੍ਰੋਗਰਾਮਰ। ਇਹ ਉਹ ਲੋਕ ਨੇ ਜੋ ਐਪਸ ਬਣਾਉਂਦੇ ਨੇ ਜਿਨ੍ਹਾਂ ਰਾਹੀਂ ਆਪਾਂ ਡਾਟਾਬੇਸ ਨਾਲ ਜੁੜਦੇ ਹਾਂ। ਤੇ ਫਿਰ ਆਉਂਦੇ ਨੇ ਐਂਡ ਯੂਜ਼ਰ, ਯਾਨੀ ਕਿ ਆਮ ਲੋਕ ਜਿਹੜੇ ਰੋਜ਼ਾਨਾ ਇਹਨਾਂ ਐਪਸ ਦੀ ਵਰਤੋਂ ਕਰਦੇ ਨੇ। ਤਾਂ ਫਿਰ ਅਗਲੀ ਵਾਰ ਜਦੋਂ ਕੋਈ ਵੀ ਆਪਣੀ ਮਨਪਸੰਦ ਐਪ ਵਰਤ ਰਿਹਾ ਹੋਵੇ, ਭਾਵੇਂ ਉਹ ਇੰਸਟਾਗ੍ਰਾਮ ਹੋਵੇ ਜਾਂ ਕੋਈ ਗੇਮ, ਤਾਂ ਇੱਕ ਪਲ ਲਈ ਸੋਚਣਾ, ਇਹ ਸਾਰਾ ਡੇਟਾ ਆਖਿਰ ਜਾਂਦਾ ਕਿੱਥੇ ਹੈ? ਇਸ ਨੂੰ ਸੰਭਾਲਦਾ ਕੌਣ ਹੈ? ਸੱਚ ਤਾਂ ਇਹ ਹੈ ਕਿ DBMS ਤੋਂ ਬਿਨਾਂ ਆਪਣੀ ਅੱਜ ਦੀ ਡਿਜੀਟਲ ਦੁਨੀਆ ਸ਼ਾਇਦ ਕੰਮ ਹੀ ਨਾ ਕਰੇ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਸਿਸਟਮ ਸਾਡੀ ਰੋਜ਼ਾਨਾ ਜ਼ਿੰਦਗੀ ਲਈ ਕਿੰਨੇ ਜ਼ਿਆਦਾ ਜ਼ਰੂਰੀ ਨੇ।